ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਦਿਨ ਗੁਰੂ ਜੀ ਪਾਸ 3 ਜਣੇ ਕੂਲਾ, ਭੂਲਾ ਅਤੇ ਭਗੀਰਥ ਮਿਲ ਕੇ ਆਏ ਅਤੇ ਬੇਨਤੀ ਕੀਤੀ ਕਿ ਸਾਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ, ਸਾਨੂੰ ਜਨਮ ਮਰਨ ਦੇ ਦੁੱਖ ਤੋਂ ਬਚਾਓ। ਗੁਰੂ ਜੀ ਨੇ ਕਿਹਾ, ਭਾਈ ਤੁਸੀਂ ਗੁਰਮੁਖ ਬਣ ਕੇ ਮਨਮੁਖਾਂ ਵਾਲੇ ਕਰਮ ਕਰਨੇ ਛੱਡ ਦਿਓ। ਉਹਨਾਂ ਨੇ ਕਿਹਾ, ਮਹਾਰਾਜ ਸਾਨੂੰ ਗੁਰਮੁਖ ਤੇ ਮਨਮੁਖ ਦਾ ਨਿਰਣਾ ਕਰਕੇ ਸਮਝਾਓ ਕਿ ਗੁਰਮੁਖ ਦੇ ਕੀ ਲੱਛਣ ਅਤੇ ਮਨਮੁਖ ਦੇ ਕੀ ਲੱਛਣ ਹੁੰਦੇ ਹਨ। ਤਦ ਗੁਰੂ ਜੀ ਨੇ ਫਰਮਾਇਆ, ਗੁਰਮੁਖ ਦੇ ਲੱਛਣ ਇਸ ਪ੍ਰਕਾਰ ਹੁੰਦੇ ਹਨ ਕਿ ਉਹ ਗੁਰੂ ਦੇ ਬਚਨਾਂ ਨੂੰ ਯਾਦ ਰੱਖਦਾ ਹੈ। ਜਿਹੜਾ ਉਸ ਉੱਤੇ ਨੇਕੀ ਕਰੇ ਉਸ ਦੀ ਨੇਕੀ ਨੂੰ ਯਾਦ ਰੱਖਦਾ ਹੈ, ਸਭ ਦੀ ਭਲਾਈ ਵਾਸਤੇ ਸੋਚਦਾ ਅਤੇ ਚਾਹੁੰਦਾ ਹੈ, ਕਿਸੇ ਦੇ ਕੰਮ ਵਿੱਚ ਵਿਘਨ ਨਹੀਂ ਪਾਉਂਦਾ, ਖੋਟੇ ਕਰਮਾਂ ਦਾ ਤਿਆਗ ਅਤੇ ਨੇਕਾਂ ਕਰਮਾਂ ਨੂੰ ਗ੍ਰਹਿਣ ਕਰਦਾ ਹੈ। ਗੁਰੂ ਦੇ ਉਪਦੇਸ਼ਾਂ ਨੂੰ ਗ੍ਰਹਿਣ ਕਰਕੇ ਆਪਣੇ ਆਤਮਾ ਸਰੂਪ ਨੂੰ ਜਾਣਨ ਵਾਲਾ ਅਤੇ ਅਨੇਕ ਵਿੱਚ ਇੱਕ ਨੂੰ ਵੇਖਣ ਵਾਲਾ ਹੁੰਦਾ ਹੈ। ਮਨਮੁਖ ਦੇ ਲੱਛਣ ਗੁਰੂ ਜੀ ਇਸ ਪ੍ਰਕਾਰ ਦੱਸਦੇ ਹਨ, ਜਿਹੜਾ ਨੇਕੀ ਕਰੇ ਉਸ ਉੱਤੇ ਬੁਰਾਈ ਕਰਨੀ, ਕਦੀ ਕਿਸੇ ਦਾ ਭਲਾ ਨਾ ਸੋਚਣਾ, ਆਪਣੀ ਮਨਮਰਜ਼ੀ ਦੇ ਕੰਮ ਕਰਨੇ, ਕਿਸੇ ਦਾ ਭਲਾ ਹੁੰਦਾ ਵੇਖ ਕੇ ਦੁਖੀ ਹੋਣਾ, ਸਭ ਨਾਲ ਈਰਖਾ ਕਰਨੀ, ਸਭ ਦੇ ਬੁਰੇ ਵਿੱਚ ਆਪਣਾ ਭਲਾ ਸਮਝਣਾ, ਕਥਾ ਕੀਰਤਨ ਵਿੱਚ ਧਿਆਨ ਨਾ ਦੇਣਾ, ਗੁਰੂ ਉਪਦੇਸ਼ ਧਿਆਨ ਨਾਲ ਨਾ ਸੁਣਨੇ, ਪੁੰਨ ਦਾਨ ਤਥਾ ਇਸ਼ਨਾਨ ਤੋਂ ਪਰਹੇਜ਼ ਕਰਨਾ ਅਤੇ ਉਪਜੀਵਕਾ ਵਾਸਤੇ ਝੂਠ ਬੋਲਣਾ। ਇਹ ਨਿਰਣਾ ਸੁਣ ਕੇ ਇਹਨਾਂ ਨੇ ਗੁਰਮੁਖ ਦੇ ਲੱਛਣ ਗ੍ਰਹਿਣ ਕਰਨ ਦਾ ਪ੍ਰਣ ਲਿਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਆਪਣੇ ਕਾਰ ਵਿਹਾਰ ਵਿੱਚ ਲਿਜਾ ਲੱਗੇ। ਉਸ ਉਪਰੰਤ ਇੱਕ ਦਿਨ ਗੁਰੂ ਜੀ ਪਾਸ ਗੰਗੂ, ਨਉ, ਸਹਿਗਲਾ, ਰਾਮਾ, ਧਰਮਾ ਅਤੇ ਉਦਾ 5 ਸਿੱਖ ਮਿਲ ਕੇ ਆਏ। ਬੇਨਤੀ ਕੀਤੀ ਉਹਨਾਂ ਨੇ, ਮਹਾਰਾਜ ਵੇਦਾਂ, ਕਤੇਬਾਂ, ਅਵਤਾਰਾਂ ਅਤੇ ਰਿਖਿਆ ਮੁਨੀਆਂ ਦੇ ਬ੍ਰਹਮ ਨੂੰ ਅਨੰਤ ਯਾਨੀ ਕਿ ਅੰਤ ਰਹਿਤ ਕਥਨ ਕੀਤਾ ਹੈ। ਕਿਸੇ ਨੇ ਉਸ ਦਾ ਅੰਤ ਨਹੀਂ ਪਾਇਆ, ਪਰ ਗੁਰੂ ਨਾਨਕ ਦੇਵ ਜੀ ਉਸ ਸੱਚ ਦਾ ਆਨੰਦ ਬ੍ਰਹਮ ਦਾ ਅਵਤਾਰ ਹੋਏ ਹਨ। ਉਹ ਤਾਂ ਉਸ ਬ੍ਰਹਮ ਦਾ ਅੰਤ ਜਾਣਦੇ ਹੀ ਹੋਣਗੇ, ਕਿਉਂਕਿ ਆਪਣੇ ਆਪ ਨੂੰ ਸਭ ਕੋਈ ਜਾਣਦਾ ਹੈ। ਗੁਰੂ ਜੀ ਨੇ ਕਿਹਾ, ਭਾਈ ਜੇ ਬ੍ਰਹਮ ਦਾ ਕੋਈ ਆਦ ਅੰਤ ਹੁੰਦਾ ਤਾਂ ਉਸ ਨੂੰ ਉਚਾਰਨ ਕਰਕੇ ਗੁਰੂ ਨਾਨਕ ਸਾਹਿਬ ਜੀ ਦੱਸਦੇ। ਵੇਦ ਜੋ ਪਾਰ ਬ੍ਰਹਮ ਦੇ ਸਵਾਸ ਕਥਨ ਕੀਤੇ ਜਾਂਦੇ ਹਨ ਅਤੇ ਵਿਸ਼ਨੂੰ ਭਗਵਾਨ ਜੋ ਬ੍ਰਹਮ ਦਾ ਸਰਗੁਣ ਸਰੂਪ ਹੈ, ਉਹਨਾਂ ਨੇ ਵੀ ਕੇਵਲ ਇਤਨਾ ਹੀ ਕਥਨ ਕੀਤਾ ਹੈ ਕਿ ਬ੍ਰਹਮ ਬੇਅੰਤ ਹੈ, ਜਿਸ ਦਾ ਕਦੇ ਵੀ ਅੰਤ ਨਹੀਂ ਹੋਇਆ, ਉਸ ਦਾ ਆਦਿ ਵੀ ਕੋਈ ਨਹੀਂ ਹੋ ਸਕਦਾ, ਜਿਸ ਕਰਕੇ ਆਦ ਅੰਤ ਰਹਿਤ ਹੋਣ ਕਰਕੇ ਉਸ ਨੂੰ ਬੇਅੰਤ ਹੀ ਕਹਿਣਾ ਬਣਦਾ ਹੈ। ਤੁਸੀਂ ਬ੍ਰਹਮ ਨੂੰ ਆਕਾਸ਼ ਵਾਂਗੂ ਇੱਕ ਰਸ ਸਾਰੇ ਪਸਰਿਆ ਹੋਇਆ ਜਾਣੋ। ਸਭ ਜਗਤ ਨੂੰ ਉਸ ਦਾ ਰੂਪ ਸਮਝੋ ਅਤੇ ਪ੍ਰੇਮ ਕਰੋ, ਇਸ ਵਿੱਚ ਹੀ ਤੁਹਾਡੀ ਕਲਿਆਣ ਹੋਵੇਗੀ। ਕਰੇ ਕਰਾਏ ਆਪ ਪ੍ਰਭ ਅਤੇ ਜੈਸਾ ਬੀਜੋ ਸੋ ਲੂਣੈ। ਇੱਕ ਦਿਨ ਗੁਰੂ ਜੀ ਪਾਸ ਚੱਡੇ ਜਾਤ ਦੇ ਦੱਟੂ, ਭਾਨੂ, ਨਿਹਾਲੂ ਅਤੇ ਤੀਰਥਾ ਆਏ ਅਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਬਚਨਾਂ ਦੀ ਸਾਨੂੰ ਸਮਝ ਨਹੀਂ ਆਉਂਦੀ। ਇੱਕ ਥਾਂ ਆਪ ਜੀ ਨੇ ਲਿਖਿਆ ਹੈ, ਮਹੱਲਾ ਪੰਜਵਾਂ, ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸ ਹੀ ਹਾਥ। ਦੂਜੀ ਥਾਂ ਆਪ ਜੀ ਨੇ ਲਿਖਿਆ ਹੈ, ਜੈਤ ਵਾਰ ਮਹੱਲਾ ਪੰਜਵਾਂ, ਜੈਸਾ ਬੀਜੈ ਸੋ ਲੂਣੈ ਕਰਮ ਇਹ ਖੇਤ। ਗੁਰੂ ਜੀ ਨੇ ਕਿਹਾ, ਭਾਈ ਜਿਸ ਤਰ੍ਹਾਂ ਰੋਗੀ ਨੂੰ ਉਸ ਦਾ ਰੋਗ ਵੇਖ ਕੇ ਸਿਆਣਾ ਵੈਦ ਦਵਾਈ ਦਿੰਦਾ ਹੈ, ਇਸ ਤਰ੍ਹਾਂ ਹੀ ਸਿੱਖ ਦੀ ਰਹਿਣੀ ਬਹਿਣੀ ਤੇ ਕਾਰ ਵਿਹਾਰ ਵੇਖ ਕੇ ਉਸ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜੈਸਾ ਕਿ ਜਿਹੜਾ ਦੁਨੀਆਦਾਰੀ ਦੇ ਕੰਮਾਂ ਵਿੱਚ ਲੱਗਾ ਹੋਇਆ ਕਰਮ ਕਰਦਾ ਹੈ, ਉਸ ਨੂੰ ਚੰਗੇ ਕਰਮ ਕਰਨ ਦੀ ਪ੍ਰੇਰਨਾ ਵਾਸਤੇ ਜੈਸਾ ਬੀਜੈ ਸੋ ਲੂਣਾ ਦਾ ਅਧਿਕਾਰੀ ਸਮਝ ਕੇ ਇਹ ਉਪਦੇਸ਼ ਦਿੱਤਾ ਜਾਂਦਾ ਹੈ।
ਪਰ ਜਿਹੜਾ ਕੁਝ ਵਿਚਾਰਸ਼ੀਲ ਹੋ ਕੇ ਪਰਮੇਸ਼ਰ ਦੀ ਭਗਤੀ ਕਰਦਾ ਹੈ, ਉਸ ਨੂੰ ਕਰੇ ਕਰਾਏ ਆਪ ਪ੍ਰਭ, ਇਸ ਦਾ ਉਪਦੇਸ਼ ਦਿੱਤਾ ਜਾਂਦਾ ਹੈ ਕਿ ਮਤਾਂ ਉਸ ਨੂੰ ਆਪਣੀ ਕਰਨੀ ਦਾ ਮਾਣ ਹੋ ਜਾਵੇ। ਸੋ ਗੁਰੂ ਉਪਦੇਸ਼ ਸਿੱਖ ਦੀ ਅਧਿਆਤਮਕ ਅਵਸਥਾ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਹੈ। ਇਸ ਵਿੱਚ ਸਿੱਖ ਨੂੰ ਸੰਸਾ ਨਹੀਂ ਕਰਨਾ ਚਾਹੀਦਾ, ਉਸ ਨੂੰ ਆਪਣੀ ਮਾਨਸਿਕ ਅਵਸਥਾ ਉਪਦੇਸ਼ ਗ੍ਰਹਿਣ ਕਰ ਲੈਣਾ ਚਾਹੀਦਾ ਹੈ। ਇੱਕ ਦਿਨ ਸੁਲਤਾਨਪੁਰ ਦੇ ਵਸਨੀਕ ਕਾਲੂ ਚੌ ਗੋਇੰਦ ਘਿਓ ਮੂਲਾ ਧਾਰੋ ਹੇਮਾ ਛੱਜੂ ਨਿਹਾਲਾ ਰਾਮੂ ਤੁਲਸਾ ਸਾਈਂ ਅਕੁਲ ਦਾਮੋਦਰ ਭਾਗ ਮਲ ਭਾਨੂ ਆਦਿ ਸਭ ਸਿੱਖ ਮਿਲ ਕੇ ਗੁਰੂ ਅਰਜਨ ਦੇਵ ਜੀ ਪਾਸ ਆਏ ਅਤੇ ਬੇਨਤੀ ਕੀਤੀ, ਮਹਾਰਾਜ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨ ਉਪਰੰਤ ਆਪਣੀ ਕਿਰਤ ਕਰਦੇ ਹਾਂ, ਮਨ ਨੂੰ ਸਦਾ ਨੀਵਾਂ ਰੱਖਦੇ ਹਾਂ, ਪਰ ਸਾਡੇ ਮਨ ਨੂੰ ਸਦਾ ਕਲਪਨਾ ਹੀ ਲੱਗੀ ਰਹਿੰਦੀ ਹੈ। ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ ਅਤੇ ਐਸਾ ਕਲਪਨਾ ਮੁੱਕ ਜਾਵੇ। ਗੁਰੂ ਜੀ ਨੇ ਕਿਹਾ, ਜਦ ਤੱਕ ਮਨ ਵਿੱਚੋਂ ਰਜੋ ਗੁਣ ਅਤੇ ਤਮੋ ਗੁਣਾਂ ਦਾ ਤਿਆਗ ਨਾ ਕੀਤਾ ਜਾਵੇ, ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹਨਾਂ ਗੁਣਾਂ ਦੀ ਪ੍ਰੀਖਿਆ ਕਿਸ ਤਰ੍ਹਾਂ ਕਰੀਏ? ਗੁਰੂ ਜੀ ਨੇ ਕਿਹਾ, ਹਿੰਸਾ ਯਾਨੀ ਕਿ ਜੀਵ ਘਾਤ ਅਤੇ ਕ੍ਰੋਧ ਤਮੋ ਗੁਣ ਹਨ। ਲੋਭ ਅਤੇ ਅਭਿਮਾਨ ਇਹ ਰਜੋ ਗੁਣ ਹਨ। ਰਾਤ ਦਾ ਬਿਹਾ ਅਤੇ ਖੱਟਾ ਅਤੇ ਚਟਪਟਾ ਭੋਜਨ ਖਾਣਾ, ਬਹੁਤ ਸੋਣਾ, ਝੂਠ ਬੋਲਣਾ, ਪਰਾਈ ਨਿੰਦਿਆ ਕਰਨੀ, ਮੈਲਾ ਰਹਿਣਾ, ਬੁਰੀ ਸੰਗਤ ਕਰਨੀ, ਇਹ ਸਭ ਤਮੋ ਗੁਣ ਦੀ ਨਿਸ਼ਾਨੀ ਹਨ। ਆਪਣੀ ਵਡਿਆਈ ਚਾਹੁਣੀ, ਭੜਕੀਲੇ ਵਸਤਰ ਪਹਿਨਣੇ, ਮਾਸ ਦਾ ਸੇਵਨ ਕਰਨਾ ਆਦਿ ਇਹ ਰਜੋ ਗੁਣ ਦੀ ਨਿਸ਼ਾਨੀ ਹਨ। ਉੱਜਲ ਚਿੱਟੇ ਵਸਤਰ ਪਹਿਨਣੇ, ਇਸ਼ਨਾਨ ਦੇ ਨੇਮੀ ਹੋਣਾ, ਦਾਲ ਚੌਲ ਆਦਿ ਸਵੱਛ ਭੋਜਨ ਖਾਣਾ, ਥੋੜ੍ਹਾ ਸੋਣਾ ਅਤੇ ਥੋੜ੍ਹਾ ਖਾਣਾ ਇਹ ਸ਼ਾਂਤਕੀ ਗੁਣਾਂ ਦੀ ਨਿਸ਼ਾਨੀ ਹੈ। ਹੋਰ ਸੁਣੋ, ਜਿਹੜਾ ਇੱਕ ਮਨ ਹੋ ਕੇ ਕਥਾ ਕੀਰਤਨ ਸੁਣੇ, ਉਹ ਪੁਰਸ਼ ਸ਼ਾਂਤਕੀ ਗੁਣ ਵਾਲਾ ਹੁੰਦਾ ਹੈ। ਜਿਸ ਦਾ ਕਦੀ ਮਨ ਟਿਕੇ ਅਤੇ ਕਦੇ ਨਾ ਟਿਕੇ, ਉਸ ਨੂੰ ਰਾਜਸੀ ਗੁਣ ਵਾਲਾ ਸਮਝੋ। ਪਰ ਜਿਸ ਦਾ ਮਨ ਕਦੇ ਟਿਕੇ ਹੀ ਨਾ, ਸ਼ਬਦ ਬਾਣੀ ਦੀ ਸਮਝ ਵੀ ਆਵੇ ਹੀ ਨਾ, ਤਾਂ ਉਸ ਨੂੰ ਤਾਮਸੀ ਗੁਣ ਵਾਲਾ ਜਾਣਨਾ ਕਰੋ। ਇਹਨਾਂ ਸ਼ਾਂਤਕੀ ਗੁਣਾਂ ਵਾਲੇ ਲੱਛਣਾਂ ਨੂੰ ਜੇਕਰ ਤੁਸੀਂ ਗ੍ਰਹਿਣ ਕਰ ਲਵੋਗੇ ਤਾਂ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਜਹਾਂਗੀਰ ਬਾਦਸ਼ਾਹ ਦੇ ਦੀਵਾਨ ਚੰਦੂ ਲਾਲ ਨੇ ਆਪਣੀ ਲੜਕੀ ਵਾਸਤੇ ਕੋਈ ਯੋਗ ਲੜਕਾ ਵੇਖਣ ਵਾਸਤੇ ਲਾਗੀਆਂ ਨੂੰ ਆਖਿਆ। ਲਾਗੀ ਪਤਾ ਕਰਦੇ ਕਰਾਉਂਦੇ ਜਦ ਅੰਮ੍ਰਿਤਸਰ ਆ ਗਏ ਤਾਂ ਉਹਨਾਂ ਨੇ ਗੁਰੂ ਘਰ ਦਾ ਬਹੁਤ ਪ੍ਰਭਾਵ ਵੇਖ ਕੇ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਜੀ ਨੂੰ ਲਾਇਕ ਅਤੇ ਸੁੰਦਰ ਵੇਖ ਕੇ ਚੰਦੂ ਦੀ ਲੜਕੀ ਦਾ ਰਿਸ਼ਤਾ ਸਾਹਿਬਜ਼ਾਦੇ ਨਾਲ ਕਰਨ ਵਾਸਤੇ ਗੁਰੂ ਜੀ ਨੂੰ ਆਖ ਦਿੱਤਾ। ਅਤੇ ਫਿਰ ਜਦ ਇਹ ਗੱਲ ਦਿੱਲੀ ਜਾ ਕੇ ਚੰਦੂ ਲਾਲ ਨੂੰ ਦੱਸੀ ਤਾਂ ਉਸਨੇ ਬੜੇ ਹੰਕਾਰ ਨਾਲ ਕਿਹਾ, ਤੁਸੀਂ ਚਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਪਰ ਹੱਛਾ ਹੁਣ ਸ਼ਗਨ ਲੈ ਜਾਓ ਤੇ ਦੇ ਆਵੋ। ਇਹ ਗੱਲ ਜਦ ਦਿੱਲੀ ਦੇ ਸਿੱਖਾਂ ਨੇ ਸੁਣੀ ਕਿ ਚੰਦੂ ਆਪ ਉੱਚਾ ਚਬਾਰਾ ਬਣਿਆ ਹੈ ਅਤੇ ਗੁਰੂ ਜੀ ਨੂੰ ਮੋਰੀ ਸਮਾਨ ਨੀਵੇਂ ਆਖਿਆ ਹੈ, ਤਾਂ ਉਹਨਾਂ ਨੇ ਸ਼ਗਨ ਲੈ ਕੇ ਜਾਣ ਵਾਲੇ ਲਾਗੀਆਂ ਤੋਂ ਪਹਿਲਾਂ ਹੀ ਇੱਕ ਸਿੱਖ ਗੁਰੂ ਜੀ ਪਾਸ ਅੰਮ੍ਰਿਤਸਰ ਭੇਜ ਕੇ ਬੇਨਤੀ ਕੀਤੀ ਕਿ ਇਸ ਹੰਕਾਰੀ ਦੀ ਲੜਕੀ ਦਾ ਨਾਤਾ ਨਾ ਲੈਣਾ। ਇਸ ਨੇ ਗੁਰੂ ਘਰ ਨੂੰ ਮੋਰੀ ਅਤੇ ਆਪਣੇ ਆਪ ਨੂੰ ਚਬਾਰਾ ਆਖਿਆ ਹੈ। ਉਪਰੰਤ ਜਦ ਚੰਦੂ ਲਾਲ ਦੇ ਆਦਮੀ ਸ਼ਗਨ ਲੈ ਕੇ ਆਏ ਤਾਂ ਗੁਰੂ ਜੀ ਨੇ ਰਿਸ਼ਤਾ ਲੈਣ ਤੋਂ ਨਾ ਕਰ ਦਿੱਤੀ ਕਿ ਅਸੀਂ ਉਸ ਹੰਕਾਰੀ ਨਾਲ ਮੱਥਾ ਨਹੀਂ ਲਾਉਣਾ। ਉਸ ਨੇ ਗੁਰੂ ਘਰ ਨੂੰ ਮੋਰੀ ਆ ਕੇ ਅਪਮਾਨ ਕੀਤਾ ਹੈ। ਲਾਗੀ ਸ਼ਗਨ ਲੈ ਕੇ ਵਾਪਸ ਦਿੱਲੀ ਚਲੇ ਗਏ ਅਤੇ ਸਾਰੀ ਗੱਲ ਚੰਦੂ ਨੂੰ ਜਾ ਦੱਸੀ। ਇਹ ਸਾਰੀ ਗੱਲਬਾਤ ਦਿੱਲੀ ਤੋਂ ਰਿਸ਼ਤਾ ਆਉਣ ਵਾਲੀ ਅਤੇ ਮੋੜਨ ਵਾਲੀ ਜਦ ਸਾਰੀ ਸੰਗਤ ਦੇ ਸਾਹਮਣੇ ਹੀ ਹੋਈ
ਤਾਂ ਉਸ ਸਮੇਂ ਸੰਗਤ ਵਿੱਚੋਂ ਇੱਕ ਡੱਲੇ ਨਿਵਾਸੀ ਨਾਰਾਇਣ ਦਾਸ ਨੇ ਖੜੇ ਹੋ ਕੇ ਬੇਨਤੀ ਕੀਤੀ, ਮਹਾਰਾਜ, ਸਾਹਿਬਜ਼ਾਦੇ ਵਾਸਤੇ ਮੈਂ ਆਪਣੀ ਲੜਕੀ ਦਾ ਰਿਸ਼ਤਾ ਦਿੰਦਾ ਹਾਂ, ਆਪ ਪ੍ਰਵਾਨ ਕਰੋ। ਮੈਂ ਗਰੀਬ ਆਦਮੀ ਹਾਂ। ਗੁਰੂ ਜੀ ਨੇ ਉਸ ਦੀ ਬੇਨਤੀ ਪ੍ਰਵਾਨ ਕਰਕੇ ਉਸੇ ਸਮੇਂ ਸ਼ਗਨ ਲੈ ਲਿਆ ਅਤੇ ਦਿਨ ਨਿਯਤ ਕਰਕੇ ਬੜੀ ਧੂਮ ਧਾਮ ਨਾਲ 12 ਭਾਦਰੋਂ ਸੰਮਤ 1661 ਬਿਕਰਮੀ ਨੂੰ ਵਿਆਹ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।